ਸਤਿ ਸ਼੍ਰੀ ਅਕਾਲ। ਲੋਕਰਾਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਜੀ ਦੋਸਤੋ, ਆਮ ਆਦਮੀ ਪਾਰਟੀ ਤੇ ਪੰਜਾਬ ਦਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਕੱਲ ਦਾ ਵਿਧਾਨ ਸਭਾ ਦਾ ਸੈਸ਼ਨ, ਵਿਧਾਨ ਸਭਾ ਦੇ ਉੱਪਰ ਬੜੀ ਸਟਰੋਂਗ ਜਿਹੜੀ ਕਮੈਂਟਰੀ ਹੈ ਭਗਵੰਤ ਮਾਨ ਸਾਹਿਬ ਦੀ ਦਿੱਤੀ ਹੋਈ, ਭਾਵੇਂ ਉਹ ਦਖਲਅੰਦਾਜ਼ੀ ਦੀ ਗੱਲ ਹੋਵੇ, ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਦੀ ਗੱਲ ਹੋਵੇ, ਲਵ ਲੈਟਰਾਂ ਤੱਕ ਗੱਲ ਆ ਗਈ ਕਿ ਜਿਹੜੀਆਂ ਚਿੱਠੀਆਂ ਲਿਖੀਆਂ ਨੇ ਗਵਰਨਰ ਸਾਹਿਬ ਨੇ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੇ ਉਹਨਾਂ ਚਿੱਠੀਆਂ ਨੂੰ ਲਵ ਲੈਟਰ ਨਾਂ ਦੇ ਹੇਠ ਸੰਬੋਧਨ ਕੀਤਾ। ਇਸ ਤੋਂ ਇਲਾਵਾ ਹੈਲੀਕਾਪਟਰ ਦੀ ਗੱਲ ਆਈ। ਤਮਾਮ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕੱਲ੍ਹ ਵਿਧਾਨ ਸਭਾ ਦੇ ਵਿੱਚ ਉੱਠੀਆਂ ਤਾਂ ਲੱਗੇ ਰਿਹਾ ਸੀ ਕਿ ਗਵਰਨਰ ਸਾਹਿਬ ਇਹਦੇ ਤੇ ਕਾਊਂਟਰ ਤਾਂ ਕਰਨਗੇ। ਗਵਰਨਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਹੁਣੇ ਪ੍ਰੈਸ ਕਾਨਫਰੰਸ ਕੀਤੀ ਗਵਰਨਰ ਸਾਹਿਬ ਨੇ, ਤੇ ਸਾਰੀਆਂ ਗੱਲਾਂ ਦਾ ਕਾਊਂਟਰ ਕੀਤਾ, ਰਿਪਲਾਈ ਕੀਤਾ ਜਿਹੜੀਆਂ ਗੱਲਾਂ ਵਿਧਾਨ ਸਭਾ ਦੇ ਵਿੱਚ ਹੋਈਆਂ ਸੀ। ਭਾਵੇਂ ਹੈਲੀਕਾਪਟਰ ਕਿਹਾ ਕਿ ਅਸੀਂ ਨਹੀਂ ਲਵਾਂਗੇ, ਲਵ ਲੈਟਰ ਜਿਹੜੇ ਕਾਗਜ਼ ਚਿੱਠੀਆਂ ਲਿਖੀਆਂ ਸੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਹਵਾਲੇ ਦੇ ਨਾਲ ਗਵਰਨਰ ਸਾਹਿਬ ਨੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਹੋਰ ਕੁਛ ਬੜਾ ਕਿਹਾ ਗਵਰਨਰ ਸਾਹਿਬ ਨੇ। ਜਿਹੜੀ ਸਥਿਤੀ ਟਕਰਾਅ ਦੀ ਬਣੀ ਹੋਈ ਹੈ ਇੱਕ ਸਟੇਟ ਦੇ ਵਿੱਚ ਤੇ ਇੱਕ ਸਟੇਟ ਦੇ ਗਵਰਨਰ ਦੇ ਵਿੱਚ, ਕੀ ਇਹਦਾ ਜਿਹੜਾ ਕਹਿ ਸਕਦੇ ਹਾਂ ਆਪਾਂ ਕਿੱਥੇ ਕੁ ਜਾ ਕੇ ਗੱਲ ਆਹ ਰੁਕੂਗੀ। ਹਾਲਾਂਕਿ ਲੰਬੇ ਸਮੇਂ ਤੋਂ ਮਾਮਲਾ ਚੱਲਦਾ, ਕਦੇ ਤਾਂ ਜਿਹੜੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਾਉਣੇ ਨੇ ਉੱਥੇ ਰਿੜਕਾ ਪੈ ਜਾਂਦਾ, ਕਦੇ ਜਦੋਂ SSP ਦਾ ਮਾਮਲਾ ਆਉਂਦਾ, ਭਾਵੇਂ ਚੰਡੀਗੜ੍ਹ ਦਾ SSP ਆਵੇ, ਲੁਧਿਆਣੇ ਦਾ ਆਵੇ, ਉਦੋਂ ਜਿਹੜਾ ਰਿੜਕਾ ਅੱਗੇ ਵੱਧ ਜਾਂਦਾ। ਇਸ ਤੋਂ ਇਲਾਵਾ ਜਿਹੜੇ ਛੋਟੇ ਮੋਟੇ ਕਾਊਂਟਰ ਨੇ, ਛੋਟੇ ਮੋਟੇ ਟਕਰਾਅ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ, ਉਹ ਲਗਾਤਾਰ ਚੱਲਦੇ ਪਏ ਰਹਿੰਦੇ ਨੇ। ਹਾਲਾਂਕਿ ਮਾਨ ਸਾਹਿਬ ਕਈ ਸੀਟਿੰਗਾਂ ਜਿਹੜੀਆਂ ਹੋਈਆਂ ਨੇ ਉਹ ਇਕੱਠੀਆਂ ਵੀ ਹੋਈਆਂ ਨੇ, ਭਾਵੇਂ ਕੋਈ ਉਹ ਈਵੈਂਟ ਹੋਵੇ ਨਿੱਜੀ, ਗਵਰਨਰ ਸਾਹਿਬ ਦਾ ਇੱਕ ਪਰਸਨਲੀ ਇੱਕ ਈਵੈਂਟ ਸੀ, ਉੱਥੇ ਵੀ ਮਾਨ ਸਾਹਿਬ ਗਏ ਸੀ ਮੁੱਖ ਮੰਤਰੀ ਸਾਹਿਬ। ਇਸ ਤੋਂ ਇਲਾਵਾ ਜਾਂ ਫਿਰ ਜਦੋਂ ਹਰਿਆਣੇ ਦੇ ਨਾਲ ਸਾਡਾ ਯੂਨੀਵਰਸਿਟੀ ਵਾਲਾ ਕਾਲਜਾਂ ਨੂੰ ਐਫੀਲੀਏਟਡ ਕਰਨ ਦਾ ਮਾਮਲਾ ਸੀ, ਉਦੋਂ ਵੀ ਹਰਿਆਣਾ ਦੇ CM ਸੀ, ਪੰਜਾਬ ਦੇ CM ਸੀ, ਗਵਰਨਰ ਸੀ। ਪਰ ਇਹ ਸਭ ਕਾਸੇ ਦੇ ਬਾਵਜੂਦ, ਬਰਾਬਰ ਬੈਠਣ ਦੇ, ਬਰਾਬਰ ਸੀਟਿੰਗ ਹੋਣ ਦੇ ਬਾਵਜੂਦ ਵੀ ਜਿਹੜੀ ਗਵਰਨਰ ਦੇ ਨਾਲ ਇੱਕ ਰੜਕ ਚੱਲ ਰਹੀ ਹੈ, ਰੜਕ ਕਹਿ ਲਓ ਇਸ ਗੱਲ ਨੂੰ, ਨੀਤੀਆਂ ਦੇ ਉੱਤੇ ਟਕਰਾਅ ਕਹਿ ਲਓ ਜਾਂ ਫਿਰ ਸਰਕਾਰਾਂ ਦਾ ਆਪਸੀ ਟਕਰਾਅ ਕਹਿ ਲਓ, ਜੋ ਕੁਛ ਵੀ ਆਪਾਂ ਨਾਮ ਦੇ ਲਈ ਇਸ ਗੱਲ ਨੂੰ, ਉਹ ਟਕਰਾਅ ਲਗਾਤਾਰ ਹੁਣ ਅੱਗੇ ਵੱਧ ਰਿਹਾ। ਤਾਂ ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਡਾਕਟਰ ਸਾਹਿਬ ਜੁੜੇ ਨੇ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜੇ ਵੱਡੇ ਉਹ ਨੇ ਡਿਸਕਸ਼ਨਾਂ ਨੇ, ਡਾਕਟਰ ਸਾਹਿਬ ਉਹਦੇ 'ਚ ਪਾਰਟੀਸਪੇਟ ਕਰਦੇ ਨੇ, ਪੱਖ ਰੱਖਦੇ ਨੇ ਪਾਰਟੀ ਦਾ। ਅੱਜ ਵੀ ਇਹਦੇ ਤਾਂ ਆਪਾਂ ਸਮਝਾਂਗੇ ਕਿ ਪਾਰਟੀ ਕਿਸ ਤਰੀਕੇ ਦੇ ਨਾਲ ਸੋਚ ਰਹੀ ਹੈ। ਗਵਰਨਰ ਵਾਲਾ ਪੱਖ ਆ ਗਿਆ ਪ੍ਰੈਸ ਕਾਨਫਰੰਸ ਤੋਂ ਬਾਅਦ, ਆਮ ਆਦਮੀ ਪਾਰਟੀ ਗਵਰਨਰ ਵਾਲੇ ਇਸ਼ੂ ਨੂੰ ਕਿਸ ਤਰੀਕੇ ਦੇ ਨਾਲ ਸੋਚ ਰਹੀ ਹੈ, ਇਸ ਲਈ ਆਪਣੇ ਨਾਲ ਡਾਕਟਰ ਸਾਹਿਬ ਜੁੜੇ ਨੇ। ਡਾਕਟਰ ਸਾਹਿਬ ਕਿਵੇਂ ਦੇਖ ਰਹੇ ਹੋ ਤੁਸੀਂ, ਕੀ ਕਹਿਣਾ ਚਾਹੋਗੇ ਗਵਰਨਰ ਵਾਲਾ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਇਸ਼ੂ ਚੱਲਦਾ, ਲਗਾਤਾਰ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਲਗਾਤਾਰ ਚਿੱਠੀ ਹੋ ਜਾਂਦਾ, ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ, ਕਈ ਇਸ਼ੂ ਬਣ ਜਾਂਦੇ ਨੇ ਗੱਲਾਂ ਦੇ, ਕੀ ਸੋਚ ਰਹੀ ਹੈ ਪਾਰਟੀ ਇਸ ਮਾਮਲੇ ਤੇ? ਪੰਗੂ ਸਾਹਿਬ, ਜੋ ਆਪਾਂ ਜਦੋਂ ਦੇਖਦੇ ਹਾਂ ਗਵਰਨਰ ਸਾਹਿਬ ਦੀ ਅੱਜ ਜਿਵੇਂ ਤੁਸੀਂ ਦੱਸਿਆ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਨੇ ਜਵਾਬ ਦਿੱਤੇ ਨੇ, ਔਰ ਪਹਿਲੀ ਗੱਲ ਤਾਂ ਇਹ ਹੈ ਕਿ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਜਿੰਨੇ ਵੀ ਗਵਰਨਰ ਆਏ ਨੇ ਪੰਜਾਬ ਦੇ ਵਿੱਚ, ਤੁਸੀਂ ਕਦੇ ਨਹੀਂ ਸੁਣਿਆ ਹੋਏਗਾ ਕਿ ਇੱਕ ਗਵਰਨਰ ਜਿਹੜਾ ਹੈਗਾ ਸਰਕਾਰ ਦੇ ਖਿਲਾਫ ਜਾ ਕੇ ਸਰਕਾਰ ਦੇ ਵਿਰੋਧ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰ ਰਿਹਾ ਹੈ ਔਰ ਲੋਕਾਂ ਨੂੰ ਮਿਲ ਰਿਹਾ। ਉੱਤੋਂ ਤੁਸੀਂ ਆਪ ਹੀ ਉਹਨਾਂ ਨੇ ਮੰਨਿਆ ਕਿ ਮੈਂ ਜੀ ਫਲਾਣੇ ਸ਼ਹਿਰ 'ਚ ਜਾਂਦਾ, ਮੈਂ ਸਰਪੰਚਾਂ ਨੂੰ ਮਿਲਦਾ, ਮੈਂ ਇਹ ਕੰਮ ਕਰਦਾ। ਯਾਨੀ ਕਿ ਇੱਕ ਪੋਲੀਟੀਸ਼ੀਅਨ ਵਾਲੇ ਕੰਮ ਜਿਹੜੇ ਨੇ, ਜਿਹੜੇ ਕੋਈ MLA ਕਰਦੇ ਹੈ ਜਾਂ ਜਿਹੜੇ ਮੰਤਰੀ ਸਾਹਿਬ ਕਰਦੇ ਹੁੰਦੇ ਹੈ, ਉਹ ਪੰਜਾਬ ਦੇ ਵਿੱਚ ਗਵਰਨਰ ਕਰ ਰਹੇ ਨੇ। ਉਹ ਆਪ ਹੀ ਮੰਨ ਰਹੇ ਨੇ ਕਿ ਮੈਂ ਜੀ ਸਰਪੰਚਾਂ ਨੂੰ ਮਿਲਦਾ, ਮੈਂ ਜੀ ਜਿਹੜੇ ਪਿੰਡਾਂ 'ਚ ਜਾਂਦਾ, ਮੈਂ ਤਾਂ ਸ਼ਹਿਰਾਂ 'ਚ ਵੀ ਜਾਂਦਾ, ਮੈਂ ਸਾਰਾ ਪੰਜਾਬ ਗਾਹਤਾ। ਸੋ ਇਹ ਕੰਮ ਕਿਹਦਾ? ਇਹ ਕੰਮ ਹੁੰਦਾ ਹੈ ਜਿਹੜੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ, ਚਾਹੇ ਉਹ MLA ਨੇ, ਚਾਹੇ ਬਾਕੀ ਲੀਡਰ ਨੇ, ਇਹ ਉਹਨਾਂ ਦਾ ਕੰਮ ਹੈ। ਗਵਰਨਰ ਦਾ ਤਾਂ ਕੰਮ ਹੀ ਨਹੀਂ ਹੁੰਦਾ। ਗਵਰਨਰ ਦਾ ਕੀ ਕੰਮ ਹੁੰਦਾ ਹੈ? ਗਵਰਨਰ ਦਾ ਕੰਮ ਹੁੰਦਾ ਹੈ ਕਿ ਜਿਹੜੇ ਬਿੱਲ, ਜਿਹੜੇ ਕਾਨੂੰਨ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਜਾਂਦੇ ਨੇ ਜਾਂ ਜੋ ਸਾਡਾ ਸੰਵਿਧਾਨ ਹੈ, ਉਹਦੇ ਮੁਤਾਬਕ ਗਵਰਨਰ ਨੇ ਸਿਰਫ ਮੋਹਰ ਲਾਉਣੀ ਹੁੰਦੀ ਹੈ, ਆਪਣੇ ਸਾਈਨ ਕਰਨੇ ਹੁੰਦੇ ਨੇ। ਜੋ ਥੱਲੋਂ ਲਿਖਿਆ ਜਾਂਦਾ ਹੈ ਉਹਦੇ ਉੱਤੇ ਜਿਹੜਾ ਹੈਗਾ ਆਪਣੀ ਸਹਿਮਤੀ ਦੇ ਨਾਲ ਉਹਨੇ ਸਾਈਨ ਕਰ ਦੇਣੇ ਹੁੰਦੇ ਨੇ। ਇਹ ਕੰਮ ਹੁੰਦਾ ਹੈ ਤਾਂ ਕਿ ਸਾਰਾ ਜਿਹੜਾ ਸਿਸਟਮ ਹੈ ਉਹ ਸਹੀ ਤਰੀਕੇ ਨਾਲ
ਸੌਖੇ ਤਰੀਕੇ ਨਾਲ ਚੱਲ ਸਕੇ। ਪਰ ਇੱਥੇ ਕੀ ਹੋ ਰਿਹਾ ਕਿ ਗਵਰਨਰ ਸਾਹਿਬ ਹਰ ਗੱਲ ਦੇ ਵਿੱਚ ਟੰਗ ਅੜਾਉਂਦੇ ਨੇ, ਹਰ ਗੱਲ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਉਹ ਤਾਂ ਜੀ ਗਲਤ ਚੱਲ ਰਹੀ ਹੈ, ਉਹ ਤਾਂ ਕਾਨੂੰਨ ਦੇ ਮੁਤਾਬਕ ਨਹੀਂ ਚੱਲ ਰਹੀ, ਸੰਵਿਧਾਨ ਦੇ ਮੁਤਾਬਕ ਨਹੀਂ ਚੱਲ ਰਹੀ, ਇਸ ਕਰਕੇ ਮੈਂ ਇਹਦੇ ਉੱਤੇ ਜਿਹੜਾ ਹੈਗਾ ਕੋਈ ਨਾ ਕੋਈ ਕਾਰਵਾਈ ਜਿਹੜੀ ਹੈਗੀ ਆ ਉਹ ਕਰੂੰਗਾ, ਔਰ ਉਹ ਲੈਟਰ ਤੇ ਲੈਟਰ ਜਿਹੜੇ ਲਿਖਦੇ ਨੇ। ਸੋ ਇੱਥੇ ਕੀ ਹੈ ਕਿ ਗਵਰਨਰ ਸਾਹਿਬ ਨੂੰ ਇਹ ਚਾਹੀਦਾ ਹੈ ਕਿ ਉਹ ਬੀਜੇਪੀ ਵਾਲੀ ਬੋਲੀ ਨਾ ਬੋਲਣ। ਉਹ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੀਜੇਪੀ ਸੈਂਟਰ ਵੱਲੋਂ ਗਵਰਨਰ ਲੱਗਦਾ ਹੈ, ਔਰ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਔਰ ਬੀਜੇਪੀ ਦਾ ਕੀ ਏਜੰਡਾ ਹੈ? ਬੀਜੇਪੀ ਦਾ ਇਸ ਵੇਲੇ ਇਹੀ ਏਜੰਡਾ ਕਿ ਜਿੱਥੇ ਗੈਰ ਬੀਜੇਪੀ ਸਰਕਾਰਾਂ ਨੇ, ਚਾਹੇ ਉਹ ਬੰਗਾਲ ਲਾ ਲਓ, ਕੇਰਲਾ ਲਾ ਲਓ ਜਾਂ ਹੋਰ ਬਾਕੀ ਸਟੇਟਾਂ ਨੇ, ਉੱਥੇ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਹਰ ਹਾਲਤ ਦੇ ਵਿੱਚ ਉਹਨਾਂ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਤੰਗ ਕੀਤਾ ਜਾਵੇ, ਔਰ ਹਰ ਤਰੀਕੇ ਦੇ ਨਾਲ ਕੰਮਾਂ ਦੇ ਵਿੱਚ ਅੜਚਨ ਪਾਈ ਜਾਵੇ। ਸੋ ਇਹ ਕੰਮ ਕਰਕੇ ਜਿਹੜੇ ਨੇ ਆਪਣੇ ਸਾਡੇ ਪੰਜਾਬ ਦੇ ਗਵਰਨਰ ਸਾਹਿਬ ਲਗਾਤਾਰ ਜਦੋਂ ਤੋਂ ਲਗਭਗ 1.25 ਸਾਲ ਹੋ ਗਿਆ ਆਪਾਂ ਨੂੰ ਦੇਖਦਿਆਂ ਨੂੰ ਕਿ ਉਹ ਇਹ ਕੰਮ ਕਰ ਰਹੇ ਨੇ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਦੂਜੀਆਂ, ਜਦੋਂ ਆਪਾਂ ਹਰਿਆਣੇ ਦੀ ਗੱਲ ਕਰਦੇ ਹਾਂ, ਹਰਿਆਣੇ ਦੇ ਵਿੱਚ ਕਿਉਂ ਨਹੀਂ ਗਵਰਨਰ ਸਾਹਿਬ ਏਦਾਂ ਪ੍ਰੈਸ ਕਾਨਫਰੰਸਾਂ ਕਰਦੇ? ਉਹਨਾਂ ਦੇ ਬਾਰੇ ਤੁਸੀਂ ਕਿਉਂ ਨਹੀਂ ਸੁਣਿਆ ਹੋਣਾ? ਆਖਰ ਨੂੰ ਗਵਰਨਰ ਤਾਂ ਹਰਿਆਣੇ ਦੇ ਵਿੱਚ ਵੀ ਲੱਗੇ ਹੋਏ ਨੇ। ਹਰਿਆਣੇ ਦੇ ਵਿੱਚ ਇਸ ਲਈ ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਹੈ, ਉੱਥੇ ਸਾਰਾ ਕੁਝ ਸਹੀ ਤਰੀਕੇ ਨਾਲ ਚੱਲ ਰਿਹਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਗਵਰਨਰ ਸਾਹਿਬ ਨੂੰ ਇਹ ਚਾਹੀਦਾ ਹੈ ਕਿ ਜੋ ਉਹਨਾਂ ਦੀ ਸੰਵਿਧਾਨਕ ਡਿਊਟੀ ਹੈ, ਜੋ ਸੰਵਿਧਾਨ ਦੇ ਮੁਤਾਬਕ ਉਹਨਾਂ ਨੂੰ ਡਿਊਟੀ ਸੌਂਪੀ ਗਈ ਹੈ ਕਿ ਉਹਨਾਂ ਨੇ ਸਾਈਨ ਕਰਨੇ ਆ, ਜੋ ਵਿਧਾਨ ਸਭਾ ਦੇ ਵਿੱਚੋਂ ਬਿੱਲ ਪਾਸ ਹੋ ਕੇ ਜਾਂਦੇ ਨੇ, ਉਹ ਆਪਣਾ ਕੰਮ ਕਰਨ, ਬਾਖੂਬੀ ਕਰਨ, ਔਰ ਪੰਜਾਬ ਦੇ ਬਾਰੇ ਚਿੰਤਾ ਜ਼ਰੂਰ ਕਰਨ। ਪਰ ਪੰਜਾਬ ਦੇ ਬਾਰੇ ਚਿੰਤਾ ਕਰਦਿਆਂ ਕਰਦਿਆਂ ਆਪਣੀ ਜਿਹੜੀ ਸਿਆਸਤ ਹੋ ਰਹੀ ਹੈ ਉਹ ਜਿਹੜੀ ਹੈਗੀ ਆ ਉਹ ਗਲਤ ਹੈ, ਔਰ ਉਹ ਸਿਆਸਤ ਦਾ ਕੰਮ ਆਪਣੀਆਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਦੇ ਉੱਤੇ ਛੱਡ ਦੇਣ, ਜਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਉੱਤੇ ਛੱਡ ਦੇਣ। ਆਪਣਾ ਜਿਹੜਾ ਕੰਮ ਹੈ ਉਹਨਾਂ ਦਾ ਇਮਾਨਦਾਰੀ ਦੇ ਨਾਲ ਉਹ ਉਹਨਾਂ ਨੂੰ ਕਰਨਾ ਚਾਹੀਦਾ ਹੈ, ਔਰ ਇਦਾਂ ਦੀਆਂ ਪ੍ਰੈਸ ਕਾਨਫਰੰਸਾਂ ਤੋਂ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਪੰਗੂ ਸਾਹਿਬ ਜੀ, ਡਾਕਟਰ ਸਾਹਿਬ, ਤਲਖੀ ਦਾ ਇੱਕੋ ਹੀ ਆਪਾਂ ਹੱਲ ਕੱਢੀਏ, ਇੱਕੋ ਗੱਲ ਹੈ ਤਲਖੀ ਦੀ ਕਿ ਗਵਰਨਰ ਬੀਜੇਪੀ ਨੇ ਅਪਾਇੰਟ ਕੀਤਾ ਹੋਇਆ, ਇਸ ਕਰਕੇ ਹੈ? ਬਿਲਕੁਲ, ਦੇਖੋ ਬੀਜੇ ਕੱਲਾ ਇਹ ਨਹੀਂ ਕਿ ਪੰਜਾਬ ਦੇ ਵਿੱਚ ਹੀ ਹੋ ਰਿਹਾ ਹੈ। ਮੈਂ ਇਹੀ ਗੱਲ ਜਿਹੜੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਕਿ ਜਿੱਥੇ ਜਿੱਥੇ ਬੀਜੇਪੀ ਦੇ ਵਿਰੋਧ ਵਾਲੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ, ਚਾਹੇ ਉਹ ਕੇਰਲਾ ਹੋਵੇ, ਚਾਹੇ ਉਹ ਹੋਰ ਬਾਕੀ ਸਟੇਟਾਂ ਹੋਣ, ਉੱਥੇ ਹੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਤਰੀਕੇ ਦੇ ਨਾਲ ਬਾਏ ਹੁੱਕ ਔਰ ਕਰੁਕ, ਯਾਨੀ ਕਿ ਕੋਈ ਨਾ ਕੋਈ ਤਰੀਕਾ ਬਦਲ ਕੇ ਲੱਭ ਕੇ ਜਿਹੜੇ ਉੱਥੋਂ ਦੇ ਮੌਜੂਦਾ ਮੁੱਖ ਮੰਤਰੀ ਨੇ ਜਾਂ ਮੌਜੂਦਾ ਸਰਕਾਰਾਂ ਨੇ ਉਹਨਾਂ ਨੂੰ ਤੰਗ ਕੀਤਾ ਜਾਏ, ਔਰ ਉਹਨਾਂ ਦੇ ਕੰਮਾਂ ਦੇ ਵਿੱਚ ਅੜਚਨ ਪਾਈ ਜਾਵੇ, ਔਰ ਉਹਨਾਂ ਦੇ ਸਰਕਾਰ ਦੇ ਜੋ ਕੰਮ ਨੇ ਉਹ ਕੰਮ ਨਾ ਹੋਣ ਦਿੱਤੇ ਜਾਣ। ਇਹਦੇ ਨਾਲ ਕੀ ਹੋ ਰਿਹਾ ਕਿ ਆਪ ਹੀ ਪੋਲਿਟਿਕਸ ਕਰ ਰਹੇ ਨੇ ਗਵਰਨਰ ਸਾਹਿਬ। ਮੈਨੂੰ ਇਹ ਲੱਗਦਾ ਹੈ ਕਿ ਪਹਿਲੀ ਵਾਰੀ 75 ਸਾਲਾਂ 'ਚ, ਮੈਂ ਫਿਰ ਕਹਿ ਰਿਹਾ ਕਿ 75 ਸਾਲਾਂ 'ਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਗਵਰਨਰ ਪਿੰਡਾਂ 'ਚ ਜਾ ਰਹੇ ਨੇ, ਸ਼ਹਿਰਾਂ 'ਚ ਜਾ ਕੇ ਪੋਲਿਟਿਕਸ ਕਰ ਰਹੇ ਨੇ, ਲੋਕਾਂ ਨੂੰ ਮਿਲ ਰਹੇ ਨੇ, ਔਰ ਉੱਤੋਂ ਸਰਕਾਰ ਨੂੰ ਸੁਝਾਅ ਵੀ ਦੇ ਰਹੇ ਨੇ ਕਿ ਤੁਸੀਂ ਫਲਾਣਾ ਮੰਤਰੀ ਬਦਲ ਦਿਓ, ਫਲਾਣਾ ਮੰਤਰੀ ਏਦਾਂ ਕਰ ਦਿਓ। ਯਾਨੀ ਕਿ ਇਹਦਾ ਗਵਰਨਰ ਦਾ ਕੋਈ ਅਧਿਕਾਰ ਹੀ ਨਹੀਂ ਹੈ ਕਿ ਮੰਤਰੀ ਕਿਹਨੂੰ ਰੱਖਣਾ, ਕਿਹਨੂੰ ਤੁਸੀਂ ਛੱਡਣਾ। ਸੋ ਇਸ ਕਰਕੇ ਇਹੀ ਗੱਲ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਦੀ ਜਿਹੜੀ ਸਿਆਸਤ ਹੈ ਉਹ ਇਹੀ ਹੈ ਕਿ ਕਿਵੇਂ ਨਾ ਕਿਵੇਂ ਪੰਜਾਬ ਦੀ ਸਰਕਾਰ ਨੂੰ ਜਿਹੜਾ ਹੈਗਾ ਉਹਨਾਂ ਨੂੰ ਹਲੂਣਿਆ ਜਾਏ, ਔਰ ਮਾਨ ਸਾਹਿਬ ਨੂੰ ਤੰਗ ਕੀਤਾ ਜਾਏ। ਔਰ ਇਹੀ ਕਾਰਨ ਹੈ ਕਿ ਲੈਟਰ ਤੇ ਲੈਟਰ ਉਹ ਜਿਹੜੇ ਮਤਲਬ ਜਿਹਨੂੰ ਆਪਾਂ ਕਹਿੰਦੇ ਫਜ਼ੂਲ ਦੇ ਜਿਹੜੇ ਲੈਟਰਸ ਨੇ, ਇਦਾਂ ਦੇ ਕੰਮ ਨੇ, ਉਹਨਾਂ ਦੇ ਉੱਤੇ ਸਮਾਂ ਬਰਬਾਦ ਕਰਨ ਦੀ ਕੋਸ਼ਿਸ਼ ਹੈ। ਜਦੋਂ ਕਿ ਇਹ ਤਾਂ ਇੱਕ ਮਤਲਬ ਬਹੁਤ ਐਵੇਂ ਗੱਲਾਂ ਨੇ, ਜਿਵੇਂ ਹੁਣ ਮੰਨ ਲਓ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਹੁਣ ਕੀ ਕਰੋਗੇ ਕਿ ਜੇਕਰ ਮੰਨ ਲਓ ਕੱਲ ਨੂੰ ਤੁਹਾਡੇ ਤੋਂ ਵਿਧਾਨ ਸਭਾ ਦੇ ਵਿੱਚੋਂ ਜੋ ਕਾਨੂੰਨ ਪਾਸ ਹੋ ਗਏ ਨੇ ਉਹ ਤੁਹਾਡੇ ਕੋਲੇ ਚਲਾ ਜਾਂਦਾ ਹੈ, ਤੁਸੀਂ ਕੀ ਕਰੋਗੇ? ਉਹ ਕਹਿ ਰਹੇ ਨੇ ਕਿ ਮੈਂ ਇਹਦੇ ਉੱਤੇ ਕਾਨੂੰਨੀ ਸਲਾਹ ਲਊਂਗਾ, ਜਦੋਂ ਕਿ ਇਹ ਕੋਈ ਗੱਲ ਹੀ ਨਹੀਂ ਬਣਦੀ ਕਿ ਕਾਨੂੰਨੀ ਸਲਾਹ ਲੈਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਜਦੋਂ ਵਿਧਾਨ ਸਭਾ ਦੇ ਵਿੱਚ ਕੋਈ ਵੀ ਕਾਨੂੰਨ ਬਹੁਮਤ ਦੇ ਨਾਲ ਪਾਸ ਹੋ ਗਿਆ ਤਾਂ ਉਹਦੇ ਉੱਤੇ ਕਾਨੂੰਨੀ ਸਲਾਹ ਕੀ ਬਣਦੀ ਹੈ? ਉਹਨਾਂ ਨੂੰ ਤਾਂ ਸਾਈਨ ਕਰਨੇ ਹੀ ਪੈਣਗੇ। ਸੋ ਇਹ ਆਪਣੀ ਜ਼ਿੰਮੇਵਾਰੀ ਨੂੰ ਜ਼ਰੂਰ ਗਵਰਨਰ ਸਾਹਿਬ ਜਿਹੜੇ ਨੇ ਉਹ ਪਛਾਣਨ, ਔਰ ਇਦਾਂ ਦੀਆਂ ਜਿਹੜੀਆਂ ਅੜਚਨਾਂ ਨੇ
ਔਰ ਇਦਾਂ ਦਾ ਜਿਹੜਾ ਟਾਈਮ ਵੇਸਟ ਹੈ ਸਰਕਾਰ ਦਾ ਉਹ ਨਾ ਕੀਤਾ ਜਾਵੇ। ਔਰ ਇਹ ਮੈਨੂੰ ਲੱਗਦਾ ਹੈ ਕਿ ਇੱਕ ਆਪਣੀ ਤਰ੍ਹਾਂ ਦੀ ਵੱਖਰੀ ਤਰ੍ਹਾਂ ਦੀ ਪੋਲਿਟਿਕਸ ਗਵਰਨਰ ਸਾਹਿਬ ਕਰਦੇ ਨਜ਼ਰ ਆ ਰਹੇ ਨੇ ਪੰਗੂ ਸਾਹਿਬ। ਗਵਰਨਰ ਸਾਹਿਬ ਕਹਿੰਦੇ ਨੇ ਕਿ ਮੈਂ ਸੰਵਿਧਾਨ ਬਚਾ ਰਿਹਾ, ਸੰਵਿਧਾਨ ਦੇ ਉਲਟ ਕੰਮ ਕਰ ਰਹੀ ਹੈ ਸਰਕਾਰ। ਮੈਂ ਉਹੀ ਕਹਿਣਾ ਕਿ ਸੰਵਿਧਾਨ ਤਾਂ ਬਚਾ ਰਹੇ ਹੋਣਗੇ ਜੇ ਉਹ ਸਰਕਾਰ ਨੂੰ ਸੰਵਿਧਾਨ ਦੇ ਮੁਤਾਬਕ ਕੰਮ ਕਰਨ ਦੇਣ, ਤਾਂ ਹੀ ਸੰਵਿਧਾਨ ਬਚੇਗਾ ਨਾ। ਲੋਕਾਂ ਨੇ ਕਿਹਨੂੰ, ਪੰਜਾਬੀਆਂ ਨੇ, ਤੁਸੀਂ, ਮੈਂ, ਆਪਾਂ ਨੇ ਕਿਹਨੂੰ ਚੁਣਿਆ? ਆਪਾਂ ਨੇ ਇੱਕ ਸਰਕਾਰ ਨੂੰ ਚੁਣਿਆ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ। ਸਾਡਾ ਜਿਹੜਾ ਹੈਗਾ, ਸਾਡਾ ਜਿਹੜੀ ਕੰਮ ਕਰਾਉਣ ਦੀ ਜ਼ਿੰਮੇਵਾਰੀ ਕਿਹਦੇ ਉੱਤੇ ਹੈ? ਗਵਰਨਰ ਦੇ ਉੱਤੇ ਹੈ। ਕੱਲ ਨੂੰ ਅਸੀਂ ਜਵਾਬਦੇਹ ਕਿਹਨੂੰ ਬਣਾਵਾਂਗੇ? ਤੁਸੀਂ ਆਪ ਦੱਸੋ। ਅਸੀਂ ਗਵਰਨਰ ਕੋਲੇ ਜਾਵਾਂਗੇ ਜਾਂ ਸਾਡੇ ਜਿਹੜੇ ਨੁਮਾਇੰਦੇ ਨੇ, ਸਾਡੇ ਜਿਹੜੇ ਲੋਕ ਨੇ, ਉਹ ਐਮਐਲਏ ਨੂੰ ਫੜਨਗੇ ਜਾਂ ਉਹ ਮੰਤਰੀਆਂ ਨੂੰ ਫੜਨਗੇ ਜਾਂ ਉਹ ਗਵਰਨਰ ਕੋਲੇ ਜਾ ਕੇ ਰੋਣਗੇ? ਮੇਰਾ ਕਹਿਣ ਦਾ ਮਤਲਬ ਹੈ ਕਿ ਸਾਡੀ ਜਿਹੜੀ, ਅਸੀਂ ਲੋਕਤੰਤਰ ਨੇ, ਸਾਨੂੰ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਸੀਗਾ ਵੋਟ ਦਾ। ਅਸੀਂ ਵੋਟ ਇੱਕ ਖਾਸ ਪਾਰਟੀ ਨੂੰ ਪਾਈ ਹੈ ਔਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਦੀ ਸੱਤਾ ਹੈ, ਉਹਨਾਂ ਦੀ ਸਰਕਾਰ ਹੈ। ਸਾਡਾ ਫਰਜ਼ ਹੈ ਕਿ ਸਰਕਾਰ ਤੱਕ ਜਾਣਾ। ਜਿਹੜਾ ਆਮ ਬੰਦਾ ਹੈ ਉਹ ਸਰਕਾਰ ਤੱਕ ਜਵਾਬਦੇਹੀ ਮੰਗੇਗਾ। ਸੋ ਇਸ ਕਰਕੇ ਅਸੀਂ ਗਵਰਨਰ ਕੋਲ ਥੋੜੀ ਜਾਵਾਂਗੇ ਕਿ ਗਵਰਨਰ ਦੀ ਜ਼ਿੰਮੇਵਾਰੀ ਥੋੜੀ ਹੈ ਕਿ ਕੱਲ ਨੂੰ ਉਹ ਐਜੂਕੇਸ਼ਨ ਕਿੱਦਾਂ ਦੀ ਹੋਵੇ, ਹੈਲਥ ਕਿੱਦਾਂ ਦੀ ਹੋਵੇ ਪੰਜਾਬ ਦੀ, ਪੰਜਾਬ ਦੇ ਵਿੱਚ ਜਿਹੜੇ ਨੇ ਲਾਅ ਐਂਡ ਆਰਡਰ ਕਿੱਦਾਂ ਦਾ ਹੋਵੇ। ਇਹ ਤਾਂ ਮਾਨ ਸਾਹਿਬ ਨੇ ਦੇਖਣਾ, ਮੁੱਖ ਮੰਤਰੀ ਸਾਹਿਬ ਨੇ ਦੇਖਣਾ, ਨਾ ਕਿ ਗਵਰਨਰ ਨੇ ਦੇਖਣਾ। ਸੋ ਗਵਰਨਰ ਨੇ ਤਾਂ ਇੱਕ ਰਬੜ ਦੀ ਮੋਹਰ ਹੁੰਦੀ ਆ, ਗਵਰਨਰ ਦੀ ਜਿਹੜੀ ਜ਼ਿੰਮੇਵਾਰੀ ਉਹਨਾਂ ਨੇ ਉੱਥੇ ਮੋਹਰ ਲਾਉਣੀ ਹੁੰਦੀ ਹੈ। ਸੋ ਇਸ ਕਰਕੇ ਸੰਵਿਧਾਨ ਦੇ ਮੁਤਾਬਕ ਹੀ ਕੰਮ ਕਰਨਾ ਚਾਹੀਦਾ ਹੈ, ਸੰਵਿਧਾਨ ਦੇ ਮੁਤਾਬਕ ਸਰਕਾਰ ਨੂੰ ਚੱਲਣ ਦੇਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ, ਇੱਕ ਗੱਲ ਵੀ ਚੱਲਦੀ ਹੈ ਕਿ ਜਦੋਂ ਕੋਈ ਅਨਾਊਂਸਮੈਂਟ ਕਰਨੀ ਹੁੰਦੀ ਹੈ ਐਮਰਜੈਂਸੀ ਵਰਗੀ, ਤਾਂ ਗਵਰਨਰ ਹੀ ਇਹ ਕਰਦਾ। ਕਿਤੇ ਐਂ ਤਾਂ ਨਹੀਂ ਗੱਲ ਹੋਊਗੀ ਕਿ ਇਸ ਸਭ ਕਾਸੇ ਦੇ ਵਿਚਾਲੇ ਪੰਜਾਬ ਰਾਸ਼ਟਰਪਤੀ ਰਾਜ ਵੱਲ ਵੱਧ ਰਿਹਾ ਹੋਵੇ? ਕੱਲ ਗਵਰਨਰ ਚਿੱਠੀ ਨਾ ਕਿਤੇ ਭੇਜ ਦੇਵੇ ਕੇਂਦਰ ਨੂੰ ਕਿ ਪੰਜਾਬ ਦੇ ਵਿੱਚ ਸਟੇਬਿਲਿਟੀ ਨਹੀਂ ਹੈਗੀ, ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਇਆ ਜਾਵੇ। ਦੇਖੋ, ਫਿਰ ਜਿਹੜਾ ਸੰਵਿਧਾਨ ਹੁੰਦਾ, ਜਿਹੜਾ ਸਿਸਟਮ ਨੇ ਸੰਵਿਧਾਨ ਦੇ ਮੁਤਾਬਕ ਚੱਲਣਾ ਹੁੰਦਾ। ਜੇ ਗਵਰਨਰ ਸਾਹਿਬ ਏਦਾਂ ਚਿੱਠੀ ਮੰਨ ਲਓ ਭੇਜ ਵੀ ਦੇਣਗੇ, ਇਹਦਾ ਮਤਲਬ ਹੈ ਕਿ ਜਿੱਥੇ ਜਿੱਥੇ ਬੀਜੇਪੀ ਵਿਰੋਧੀ ਸਰਕਾਰਾਂ ਨੇ, ਫਿਰ ਤਾਂ ਉੱਥੇ ਜੀ ਸਾਰੀ ਜਗ੍ਹਾ ਤੇ ਗਵਰਨਰੀ ਰਾਜ ਲੱਗ ਜਾਏਗਾ, ਰਾਸ਼ਟਰਪਤੀ ਰਾਜ ਲੱਗ ਜਾਏਗਾ, ਫਿਰ ਤਾਂ ਬਹੁਤ ਸੌਖਾ ਹੋ ਜਾਏਗਾ। ਸੋ ਇਹ ਕੰਮ ਜਿਹੜਾ ਹੈਗਾ, ਜੇਕਰ ਏਦਾਂ ਕਰਨਗੇ ਤਾਂ ਇਹਦਾ ਮਤਲਬ ਹੈ ਕਿ ਡਿਕਟੇਟਰਸ਼ਿਪ ਸ਼ੁਰੂ ਹੋ ਗਈ। ਫਿਰ ਤਾਂ ਤੁਸੀਂ ਸਿੱਧੇ ਤੌਰ ਤੇ ਕਹਿ ਸਕਦੇ ਹੋ ਕਿ ਹਿੰਦੁਸਤਾਨ ਦੇ ਵਿੱਚ ਡਿਕਟੇਟਰਸ਼ਿਪ ਆ ਗਈ। ਗਵਰਨਰ ਜਿਹੜੇ ਨੇ, ਜਿੱਥੇ ਜਿੱਥੇ ਬੀਜੇਪੀ ਦਾ ਰਾਜ ਹੈ ਉੱਥੇ ਸਹੀ ਚੱਲੂਗਾ, ਜਿੱਥੇ ਐਂਟੀ ਬੀਜੇਪੀ ਦੇ ਰਾਜ ਹੈ ਉੱਥੇ ਗਵਰਨਰ ਸਾਹਿਬ ਤੋਂ ਲਿਖਾ ਲੈਣਗੇ ਕਿ ਜੀ ਇੱਥੇ ਸਹੀ ਨਹੀਂ ਚੱਲ ਰਿਹਾ, ਇਸ ਕਰਕੇ ਇੱਥੇ ਹੁਣ ਗਵਰਨਰੀ ਰਾਜ ਲਾ ਦਿਓ। ਤਾਂ ਕਿ ਗਵਰਨਰੀ ਰਾਜ ਦਾ ਕੀ ਮਤਲਬ ਹੈ? ਬੀਜੇਪੀ ਦਾ ਰਾਜ। ਸੋ ਇਸ ਕਰਕੇ ਇਹ ਇੱਕ ਡਿਕਟੇਟਰਸ਼ਿਪ ਵੱਲ ਜੇਕਰ ਏਦਾਂ ਸੋਚਣਗੇ ਤਾਂ ਉਹ ਹਿੰਦੁਸਤਾਨ ਨੂੰ ਡਿਕਟੇਟਰਸ਼ਿਪ ਵੱਲ ਲੈ ਕੇ ਜਾਣਗੇ, ਜਿਹੜਾ ਕਿ ਬਹੁਤ ਹੀ ਖਤਰਨਾਕ ਹੋਏਗਾ। ਔਰ ਕਿਉਂਕਿ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਵੱਲੋਂ ਸੰਵਿਧਾਨ ਜਿਹੜਾ ਹੈਗਾ ਬਹੁਤ ਸੋਲਿਡ, ਦੁਨੀਆ ਦਾ ਬਿਹਤਰੀਨ ਸੰਵਿਧਾਨ ਬਣਾਇਆ ਗਿਆ ਹੈ। ਔਰ ਇਹਦੇ ਵਿੱਚ ਇਹਨਾਂ ਦੀ ਜਿਹੜੀ ਡਿਕਟੇਟਰਸ਼ਿਪ ਕਿਸੇ ਵੇਲੇ ਇੰਦਰਾ ਗਾਂਧੀ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੁਹਾਨੂੰ ਯਾਦ ਹੋਏਗਾ। ਔਰ ਜਦੋਂ 1975 ਦੇ ਵਿੱਚ ਐਮਰਜੈਂਸੀ ਲਾਈ ਸੀਗੀ, ਉਹ ਲਗਭਗ ਇਸੇ ਤਰ੍ਹਾਂ ਦੀ ਸਥਿਤੀ ਸੀ ਕਿ ਜਿੱਥੇ ਬੰਦਾ ਕੋਈ ਬੋਲਦਾ, ਜਿੱਥੇ ਕੋਈ ਸਰਕਾਰਾਂ ਐਂਟੀ ਕਾਂਗਰਸ ਨੇ ਉਸ ਵੇਲੇ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਐਮਰਜੈਂਸੀ ਲਾ ਦਿਓ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਏਦਾਂ ਦੀ ਗੱਲ ਹੋਏਗੀ ਤਾਂ ਲਗਭਗ ਉਹੀ ਹੋਏਗੀ ਕਿ ਜਿਹੜੀ ਐਮਰਜੈਂਸੀ ਦੀ ਗਲਤੀ ਇੰਦਰਾ ਗਾਂਧੀ ਜੀ ਨੇ ਕੀਤੀ ਸੀਗੀ, ਉਹੀ ਗਲਤੀ ਹੁਣ ਮੋਦੀ ਸਾਹਿਬ ਕਰਦੇ ਨਜ਼ਰ ਆਉਣਗੇ, ਜੇਕਰ ਜਿਵੇਂ ਤੁਸੀਂ ਕਹਿ ਰਹੇ ਹੋ ਉਦਾਂ ਹੁੰਦਾ ਹੈ ਤਾਂ। ਜੀ ਬਿਲਕੁਲ, ਚੰਗੀ ਗੱਲ ਤਾਂ ਇਹ ਹੈ ਕਿ ਡਾਕਟਰ ਸਾਹਿਬ ਨਾ ਏਦਾਂ ਹੋਵੇ। ਜੇਕਰ ਏਦਾਂ ਦਾ ਕੁਛ ਹੁੰਦਾ ਤਾਂ ਪੰਜਾਬ ਨੂੰ ਨੁਕਸਾਨਿਆ ਜਾਊਗਾ ਇਹਦੇ 'ਚ। ਸੋ ਡਾਕਟਰ ਸਾਹਿਬ, ਤੁਸੀਂ ਆਪਣੇ ਵਿਚਾਰ ਰੱਖੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਣਾ ਪੰਜਾਬੀ। ਧੰਨਵਾਦ।